जिंदाबाद जिंदाबाद लागू करो लागू करो लागू करो लागू करो बढ़िया हुई तनख्वाह लागू करो लागू करो लागू करो। मेरा नाम जी हरप्रीत चुंबर है। मैं जनरल ਸਕੱਤਰ नॉन टीचिंग कर्मचारी यूनियन गड़वासू का जनरल ਸਕੱਤਰ। प्रोटेस्ट जी साड़ियाँ कई मंगां ने जी, साडा 6वीं पे कमीशन ਨੂੰ ਲੈ ਕੇ ਤੇ ਸਾਡੀਆਂ ਹੋਰ ਮੰਗਾਂ ਜਿਹੜੀਆਂ ਸਾਡੇ ਵਾਈਸ ਚਾਂਸਲਰ ਸਾਹਿਬ ਦੇ ਨਾਲ ਲੰਬੇ ਨੇ ਬੜੇ ਸਮੇਂ ਤੋਂ, ਉਹਦੇ ਬਾਰੇ ਅਸੀਂ ਅੱਜ ਪ੍ਰੋਟੈਸਟ ਕਰ ਰਹੇ ਹਾਂ। ਇਹ ਪ੍ਰੋਟੈਸਟ ਸਾਡਾ ਕਾਫੀ ਦੇਰ ਤੋਂ ਚੱਲਦਾ ਆ ਰਿਹਾ। ਇਹਦੇ ਬਾਰੇ ਅਸੀਂ ਜਾਣੂ ਵੀ ਕਰਾਇਆ ਆਪਣੀਆਂ ਅਧਿਕਾਰੀਆਂ ਨੂੰ, ਯੂਨੀਵਰਸਿਟੀ ਦਿਆਂ ਨੂੰ। ਤਕਰੀਬਨ 6 ਮਹੀਨਿਆਂ ਤੋਂ ਉਹਨਾਂ ਨਾਲ ਗੱਲਬਾਤ ਚੱਲ ਰਹੀ ਹੈ ਸਾਡੀ ਤੇ ਉਹਦਾ ਫਾਲੋਅਪ ਚੱਲ ਰਿਹਾ। ਲੇਕਿਨ ਸਾਡੀਆਂ ਇਹ ਮੰਗਾਂ ਨਾ ਪੂਰੀਆਂ ਹੋਣ ਕਰਕੇ ਸਾਡੀਆਂ ਕਈ ਰੋਸ ਰੈਲੀਆਂ ਕੀਤੀਆਂ ਗਈਆਂ ਸਾਡੇ ਵੱਲੋਂ, ਤੇ ਹੁਣ ਸਾਡੇ ਇਹ ਰੋਸ ਰੈਲੀਆਂ ਹੌਲੀ ਹੌਲੀ ਬੜੀਆਂ ਤਿੱਖਾ ਸ਼ੇਪ ਲੈਂਦੀ ਹੋਈ ਅੱਜ ਇਹ ਧਰਨੇ ਦੇ ਰੂਪ ਦੇ ਵਿੱਚ 8ਵਾਂ ਧਰਨਾ ਸਾਡਾ ਲਗਾਤਾਰਤਾ ਦੇ ਵਿੱਚ ਆ ਜੀ। ਸਾਡਾ ਇਹਦੇ ਵਿੱਚ ਸਾਡਾ ਜਿਹੜਾ ਮੇਨ ਮੁੱਦਾ ਇਹਦੇ 6ਵੇਂ ਪੇ ਕਮਿਸ਼ਨ ਦਾ ਆ। ਬਜਟ ਜਿਹੜਾ ਸਾਨੂੰ ਸਰਕਾਰ ਵੱਲੋਂ ਨਹੀਂ ਮਿਲ ਰਿਹਾ ਜੀ, ਉਹਦੇ ਰਿਗਾਰਡਿੰਗ ਅਸੀਂ ਵੱਖੋ ਵੱਖਰੇ ਮੰਗ ਪੱਤਰ ਸਾਡੇ ਮਾਣਯੋਗ CM ਸਾਹਿਬ ਨੂੰ ਦੇ ਚੁੱਕੇ ਹਾਂ। ਜਿਹੜਾ ਮੈਮੋਰੈਂਡਮ ਸਾਡੇ ਉਹਨਾਂ ਦੇ ਐਡੀਸ਼ਨਲ ਚੀਫ ਸੈਕਟਰੀ ਸਾਹਿਬ ਨੇ ਰਿਸੀਵ ਕੀਤਾ ਸੀ, ਵੀਨੂ ਪ੍ਰਸਾਦ ਜੀ ਨੇ। ਦੂਸਰਾ ਸਾਡਾ ਮੰਗ ਪੱਤਰ ਅਸੀਂ ਕੁਲਦੀਪ ਸਿੰਘ ਧਾਲੀਵਾਲ ਜੀ ਨੂੰ ਦੇ ਚੁੱਕੇ ਹਾਂ, ਜਿਹੜੇ ਪਸ਼ੂ ਪਾਲਣ ਮੰਤਰੀ ਨੇ ਸਾਡੇ ਮਹਿਕਮੇ ਦੇ। ਉਹਨਾਂ ਨੂੰ ਵੀ ਅਸੀਂ ਇਹਦੇ ਬਾਰੇ ਜਾਣੂ ਕਰਵਾ ਚੁੱਕੇ ਹਾਂ ਕਿ ਸਾਡੇ ਜਿਹੜੀ PAU ਯੂਨੀਵਰਸਿਟੀ ਆ ਜਾਂ ਹੋਰ ਯੂਨੀਵਰਸਿਟੀਆਂ ਪੰਜਾਬ ਸਰਕਾਰ ਦੀਆਂ ਹੈਗੀਆਂ ਨੇ, ਉਹਨਾਂ ਨੂੰ ਬਜਟ ਮਿਲ ਚੁੱਕਿਆ ਹੈ, ਪਰ ਸਾਨੂੰ ਬਜਟ ਹਾਲੇ ਤੱਕ ਨਹੀਂ ਮਿਲਿਆ, ਜਿਹਦੇ ਕਰਕੇ ਜੁਲਾਈ 2021 ਤੋਂ ਬਕਾਇਆ ਪੈਂਡਿੰਗ ਆ ਜਿਹੜਾ ਉਹ, ਤੇ ਹੁਣ ਜਿਹੜਾ ਚੱਲ ਰਹੇ ਦਿਨਾਂ ਦੀ ਤਨਖਾਹ ਸਾਡੀ ਨਵੇਂ ਸਕੇਲਾਂ ਦੇ ਮੁਤਾਬਿਕ ਨਹੀਂ ਮਿਲ ਰਹੀ ਆ। ਉਹਦੇ ਲਈ ਸਾਨੂੰ ਬਜਟ ਰਿਲੀਜ਼ ਕੀਤਾ ਜਾਵੇ ਜੀ। CM ਸਾਹਿਬ ਦਾ ਤਾਂ ਇਹ ਕਹਿਣਾ ਕਹਿੰਦੇ ਕਿ 2 ਮਹੀਨਿਆਂ 'ਚ ਹਾਲੇ ਕੁਝ ਨਹੀਂ ਹੋ ਸਕਦਾ। 2 ਮਹੀਨੇ ਸਾਨੂੰ ਹੋਏ ਆ, ਸਮੇਂ ਦਿੱਤਾ ਜਾਵੇ। ਕਹਿੰਦੇ ਵੀ ਲੋਕਾਂ ਨੇ ਇਹ ਸੋਚਿਆ ਕਿ ਧਰਨੇ ਲਾਏ ਨਹੀਂ ਹੈਗੇ, 2 ਮਹੀਨੇ ਹੋ ਗਏ ਤੇ ਹੁਣ ਧਰਨੇ। ਅਸੀਂ ਆਸ ਤਾਂ ਇਹੀ ਕਰਦੇ ਜੀ ਸੀ, ਨਵੀਆਂ ਸਰਕਾਰਾਂ ਸੀ, ਉਮੀਦਾਂ ਸਾਨੂੰ ਪੂਰੀਆਂ ਸੀਗੀਆਂ, ਕਿਉਂਕਿ ਸਾਡਾ ਜਿਹੜਾ ਮਸਲਾ ਸੀ ਪਹਿਲਾਂ ਤੱਕ ਤਾਂ ਸਾਡੇ ਅਥਾਰਟੀਜ਼ ਦੇ ਨਾਲ ਹੀ ਸੀਗਾ ਪੈਂਡਿੰਗ। ਲੇਕਿਨ ਹੁਣ ਜਦੋਂ ਮੁੱਦਾ ਸਾਡਾ ਸਰਕਾਰ ਤੱਕ ਪਹੁੰਚਿਆ, ਅਸੀਂ ਆਸ ਨਾਲ ਇੱਕ ਨਾਲ ਗਏ ਆ, ਲੇਕਿਨ ਮੰਗ ਪੱਤਰ ਦਿੱਤਿਆਂ ਨੂੰ ਵੀ ਸਾਨੂੰ ਸਮਾਂ ਹੋ ਚੱਲਿਆ ਜੀ, ਕਿਉਂਕਿ ਸਾਡਾ ਜਿਹੜਾ ਮੁੱਦਾ ਇਦਾਂ ਦਾ ਆ ਉਹ ਪ੍ਰਾਇਓਰਿਟੀ ਵਾਲਾ ਮੁੱਦਾ ਆ ਜੀ। ਔਰ ਜਿਹੜਾ ਵਿਧਾਨ ਸਭਾ 'ਚ ਇਹਨਾਂ ਨੇ ਬਜਟ ਪੇਸ਼ ਕਰਨਾ, ਉਹਦੇ ਵਿੱਚ ਵੀ ਸਾਡਾ ਇਹ ਮੁੱਦਾ ਬਜਟ ਜਾਣਾ ਚਾਹੀਦਾ। ਜੇ ਬਜਟ ਨਹੀਂ ਜਾਂਦਾ ਤਾਂ ਕੱਲ੍ਹ ਨੂੰ ਸਾਡੇ ਬਜਟ 'ਤੇ ਕੋਈ ਦਿੱਕਤ ਆਉਂਦੀ ਆ ਤਾਂ ਫਿਰ ਸਾਡੀਆਂ ਤਨਖਾਹਾਂ ਰੁਕ ਸਕਦੀਆਂ। ਇਸ ਕਰਕੇ ਅਸੀਂ ਹੁਣ ਨਾ ਦੇਰੀ ਕਰਦੇ ਹੋਏ ਸਰਕਾਰ ਨੂੰ ਇਹ ਅਪੀਲ ਕਰਦੇ ਹਾਂ ਕਿ ਸਾਡਾ ਜ਼ਿਆਦਾ ਡਿਲੇ ਨਾ ਕਰਨ, ਕਿਉਂਕਿ ਬਾਕੀ ਸਾਰਿਆਂ ਨੂੰ ਜਦੋਂ ਇੰਪਲੀਮੈਂਟ ਮਿਲ ਚੁੱਕੀ ਆ ਸਕੇਲ, ਤੇ ਸਾਨੂੰ ਇੰਪਲੀਮੈਂਟੇਸ਼ਨ ਹੋ ਚੁੱਕੀ ਆ। ਕੋਈ ਉਹ ਮੁੱਦਾ ਨਹੀਂ ਆ ਜਿਹੜਾ ਸਰਕਾਰ ਨੇ ਡਿਸੀਜਨ ਲੈਣਾ ਹੈ। ਐਕਸ਼ਨ ਸਾਡਾ ਇਹ ਆ ਜੀ, ਅਸੀਂ ਜੇ ਸਾਨੂੰ ਸਰਕਾਰ ਬਜਟ ਨਹੀਂ ਦਿੰਦੀ ਤੇ ਸਾਡੇ ਜਿਹੜੇ ਅਧਿਕਾਰੀ ਨੇ ਸਾਨੂੰ ਆਪਣੇ ਹੱਕ ਨਹੀਂ ਦਿੰਦੇ, ਜਿਹੜੇ ਉਹਨਾਂ ਵੱਲੋਂ ਰੋਕੇ ਗਏ ਨੇ, ਨਜਾਇਜ਼ ਰੋਕੇ ਗਏ ਨੇ, ਜੇ ਉਹ ਨਹੀਂ ਦਿੰਦੇ ਤਾਂ ਅਸੀਂ ਇਹ ਸੰਘਰਸ਼ ਨੂੰ ਤਿੱਖਾ ਕਰਾਂਗੇ। ਤੇ ਜਿਹਦਾ ਕੋਈ ਵੀ ਨਫਾ ਨੁਕਸਾਨ ਆ ਜਿਹੜਾ ਉਹ ਅਧਿਕਾਰੀਆਂ ਦਾ ਜਾਂ ਪੰਜਾਬ ਸਰਕਾਰ ਦਾ ਹੋਵੇਗਾ ਜੀ, ਸਾਡੇ ਲੈਵਲ ਤੇ ਨਹੀਂ ਹੋਏਗਾ ਜੀ। ਹਰ ਸਿੰਘ ਨੌਨ ਟੀਚਿੰਗ ਐਮਪਲਾਈ ਯੂਨੀਅਨ ਗੁਰੂ ਅੰਗਦ ਦੇਵ ਐਵੈਨਿਊ ਲੁਧਿਆਣਾ। ਮੈਂ ਇੱਕ ਦੱਸਣਾ ਚਾਹੁੰਦਾ, ਬਾਕੀ ਤਾਂ ਸਾਡੇ ਦੱਸ ਵੀ ਦਿੱਤਾ, ਤੇ ਇੱਕ ਦੱਸਣਾ ਚਾਹੁੰਦਾ ਜੀ, PAU ਨੂੰ ਗ੍ਰਾਂਟ ਮਿਲ ਗਈ ਨਵੇਂ ਪੇ ਕਮਿਸ਼ਨ ਦੇ ਮੁਤਾਬਕ, ਵਧੀ ਹੋਈ ਗ੍ਰਾਂਟ PAU ਨੂੰ ਮਿਲ ਗਈ ਤਾਂ ਗੜਵਾਸੂ ਨੂੰ ਕਿਉਂ ਨਹੀਂ ਦਿੱਤੀ ਜਾਂਦੀ? ਅਸੀਂ ਇਹਦੇ ਨਾਲ ਕਾਫੀ ਤਾਲਮੇਲ ਕਰ ਚੁੱਕੇ ਹਾਂ, ਆਪਣੇ ਮੰਤਰੀ ਸਾਹਿਬ ਨਾਲ ਵੀ ਕਰ ਚੁੱਕੇ ਹਾਂ, CM ਸਾਹਿਬ ਨੂੰ ਵੀ ਮੰਗ ਪੱਤਰ ਦੇ ਚੁੱਕੇ ਹਾਂ, ਪਰ ਉਹਦੇ ਵਿੱਚ ਅਜੇ ਕੋਈ ਸਾਨੂੰ ਖਾਸ ਧਿਆਨ ਨਹੀਂ ਦਿੱਤਾ ਜਾਂਦਾ। ਪਰ ਸਾਨੂੰ ਆਸ ਬਹੁਤ ਆ ਨਵੀਂ ਸਰਕਾਰ 'ਤੇ। ਜੇ ਉਹ ਨਵੀਂ ਸਰਕਾਰ ਸਾਨੂੰ ਨਹੀਂ ਗ੍ਰਾਂਟ ਦਿੰਦੀ ਤਾਂ ਅਸੀਂ ਇਹਨੂੰ ਸੰਘਰਸ਼ ਨੂੰ ਬਹੁਤ ਤਿੱਖਾ ਕਰਾਂਗੇ। ਇਹਦੇ ਨਾਲ ਸਾਡੀਆਂ ਇੰਟਰਨਲ ਮੰਗਾਂ ਵੀ ਨੇ, ਜਿਹਦੇ ਵਿੱਚ ਸਾਡਾ ਪ੍ਰਮੋਸ਼ਨਾਂ ਦਾ ਮੁੱਦਾ, ਟੈਕਨੀਕਲ ਸਟਾਫ ਦਾ, ਕਲੈਰੀਕਲ ਸਟਾਫ ਦਾ, ਤੇ ਸਾਡੀਆਂ ਹੋਰ ਵੀ ਡਿਮਾਂਡਾਂ ਨੇ। ਰੈਸ਼ਨਲਾਈਜੇਸ਼ਨ ਦਾ, ਖਾਸ ਕਰਕੇ ਰੈਸ਼ਨਲਾਈਜੇਸ਼ਨ ਇੱਕ ਯੂਨੀਵਰਸਿਟੀ ਨੇ ਇੱਕ ਇੱਦਾਂ ਦਾ ਬਣਾ ਲਿਆ ਵੀ ਆਪਦੇ ਆਪ ਬੈਠੇ ਉੱਥੇ ਸਾਡੀ ਪੋਸਟਾਂ ਦੀਆਂ ਕਟੌਤੀਆਂ ਕਰੀ ਜਾਂਦੀਆਂ ਨੇ, ਜਿਹਦੇ ਵਿੱਚ ਸਾਡੇ ਕੋਲ 1128 ਪੋਸਟਾਂ ਸੈਂਕਸ਼ਨਡ ਨੇ, ਉਹਦੇ ਵਿੱਚੋਂ 493 ਪੋਸਟਾਂ ਹੀ ਭਰੀਆਂ ਹੋਈਆਂ ਨੇ। ਤੇ ਸਾਡੇ ਮੁਲਾਜ਼ਮਾਂ 'ਤੇ ਇੰਨਾ ਵਜਨ ਪਾ ਦਿੱਤਾ ਕਿ 3 ਡਿਪਾਰਟਮੈਂਟ ਕੱਲੇ ਮੁਲਾਜ਼ਮ ਨੂੰ ਦਿੱਤੇ ਜਾਂਦੇ ਨੇ। ਅਸੀਂ ਅਥਾਰਟੀ ਨੂੰ ਪੁੱਛਣਾ ਚਾਹੁੰਦੇ ਹਾਂ ਵੀ ਇਹ 2-2 ਘੰਟੇ ਦੇ ਵਿੱਚ ਮੁਲਾਜ਼ਮ ਇੱਕ ਡਿਪਾਰਟਮੈਂਟ ਦਾ ਕੰਮ ਕਰ ਲੂਗਾ?
ਅਸੀਂ ਇਹਨਾਂ ਤੋਂ ਜਵਾਬ ਮੰਗਦੇ ਹਾਂ। ਸਾਨੂੰ ਇਹ ਦੱਸੋ ਵੀ 2 ਘੰਟੇ ਦੇ ਵਿੱਚ ਸਾਡੇ ਮੁਲਾਜ਼ਮ ਕੰਮ ਕਰ ਲੈਣਗੇ ਇੱਕ ਡਿਪਾਰਟਮੈਂਟ ਦਾ? ਜੇ ਤੁਹਾਨੂੰ ਇਦਾਂ ਲੱਗਦਾ ਫਿਰ ਇਹ ਸਾਰੇ ਡਿਪਾਰਟਮੈਂਟ ਵੀ 3-3 ਨੇ ਜਿਹੜੇ ਇਹਨਾਂ ਨੂੰ ਇਕੱਠੇ ਕਰ ਦਿਓ, ਇੱਕ ਜਗ੍ਹਾ ਤੇ ਕਰ ਦਿਓ। ਕੋਈ ਹੈੱਡ ਨਹੀਂ, 3-3 ਹੈੱਡ ਲਾਉਣ ਦੀ ਕੋਈ ਜ਼ਰੂਰਤ ਨਹੀਂ ਹੈ। ਬਾਕੀ ਅਥਾਰਟੀਆਂ ਵੀ ਹਾਇਰ ਲੈਵਲ ਦੇ ਨੇ, ਉਹ ਵੀ ਇੱਕ ਲਾ ਦਿਓ 3-3 ਦੀ ਜਗ੍ਹਾ ਤੇ। ਸਾਨੂੰ ਕੀ ਇਤਰਾਜ਼ ਆ? ਫਿਰ ਸਾਡੇ ਮੁਲਾਜ਼ਮ ਹੀ ਲਾਈ ਰੱਖੇ। ਹਾਂਜੀ, ਅਸੀਂ 2 ਮਹੀਨਿਆਂ ਤੋਂ ਆਪਣੇ ਵਾਈਸ ਚਾਂਸਲਰ, ਆਪਣੀ ਹਾਇਰ ਅਥਾਰਟੀਜ਼ ਨੂੰ ਕਈ ਵਾਰੀ ਲੈਟਰਸ ਦੇ ਚੁੱਕੇ ਹਾਂ, ਆਪਣੀਆਂ ਮੰਗਾਂ ਰੱਖ ਚੁੱਕੇ ਹਾਂ। ਸਭ ਤੋਂ ਵੱਡੀ ਮੰਗ ਤਾਂ ਸਾਡੀ 6ਵੇਂ ਪੇ ਕਮਿਸ਼ਨ ਦੀ ਆ। ਲਗਭਗ ਇਹ ਸਾਰੇ ਅਦਾਰਿਆਂ ਨੂੰ ਹੁਣ ਤੱਕ 6ਵੇਂ ਪੇ ਕਮਿਸ਼ਨ ਦੇ ਅਨੁਸਾਰ ਸੈਲਰੀਜ਼ ਵਧੀਆਂ ਹੋਈਆਂ ਮਿਲ ਚੁੱਕੀਆਂ, ਪੈਨਸ਼ਨਰਸ ਨੂੰ ਪੈਨਸ਼ਨ ਮਿਲ ਚੁੱਕੀ ਆ। ਸਾਡੀ ਜਿਹੜੀ ਆਪਣੀ ਯੂਨੀਵਰਸਿਟੀ ਨਾਲ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਆ, ਉੱਥੇ ਪੂਰੇ ਦੇ ਪੂਰੇ ਫੰਡਸ ਮਿਲ ਚੁੱਕੇ ਆ। ਉਹ ਜੁਲਾਈ ਤੋਂ ਆਪਣੀ ਵਧੀ ਹੋਈ ਤਨਖਾਹ ਵੀ ਲੈ ਰਹੇ, ਪਲੱਸ ਉਹਨਾਂ ਨੂੰ ਜੁਲਾਈ ਤੋਂ ਬਣਦਾ ਏਰੀਅਰ ਵੀ ਮਿਲ ਚੁੱਕਿਆ ਆ। ਪਰ ਗੜਵਾਸੂ ਸਾਡੀ ਅਥਾਰਟੀ ਸਾਨੂੰ ਇਹ ਫੰਡਸ ਲੈ ਕੇ ਆਉਣ ਦੇ ਲਈ ਐਨੀਮਲ ਹਸਬੈਂਡਰੀ ਤੋਂ ਹਾਲੇ ਤੱਕ ਬਿਲਕੁਲ ਵੀ ਕਾਮਯਾਬ ਨਹੀਂ ਹੋਈਆਂ। ਕਈ ਵਾਰ ਸਾਡੀ ਵੀਸੀ ਨਾਲ ਮੀਟਿੰਗਸ ਹੋ ਚੁੱਕੀਆਂ। ਅਸੀਂ ਧਰਨੇ 2 ਮਹੀਨਿਆਂ ਤੋਂ ਇੱਥੇ ਲਗਾ ਰਹੇ ਹਾਂ ਤੇ ਇਸ ਦਾ ਖਾਮਿਆਨਾ ਸਾਡੀਆਂ ਹਾਇਰ ਅਥਾਰਟੀਜ਼ ਹੀ ਭੁਗਤਣਗੀਆਂ। ਤੇ ਇਸ ਤੋਂ ਇਲਾਵਾ 6ਵੇਂ ਪੇ ਕਮਿਸ਼ਨ ਤੋਂ ਇਲਾਵਾ ਸਾਡੀਆਂ ਬਣਦੀਆਂ ਮੰਗਾਂ, ਜਿਵੇਂ ਕਿ ਸਾਡੀਆਂ ਪ੍ਰਮੋਸ਼ਨਸ, ਕਈ ਸਾਡੇ ਸੀਨੀਅਰ 5-5 6-6 ਸਾਲਾਂ ਤੋਂ ਬੈਠੇ, ਉਹਨਾਂ ਦੀ ਹਾਲੇ ਤੱਕ ਕੋਈ ਪ੍ਰਮੋਸ਼ਨ ਨਹੀਂ ਹੋਈ। ਇਸ ਤੋਂ ਬਾਅਦ ਸਭ ਤੋਂ ਵੱਡੀ ਪ੍ਰੋਬਲਮ ਜਿਹੜੀ ਹੈ ਰੈਸ਼ਨਲਾਈਜੇਸ਼ਨ ਦੀ ਹੈ। ਸਾਡਾ ਸਟਾਫ ਹੈ ਜਿਹੜਾ 100% ਪੋਸਟਾਂ ਹੋਣ ਦੇ ਕਰਕੇ ਵੀ ਸਿਰਫ 33% ਪੋਸਟਾਂ ਜਿਹੜੀਆਂ ਸਾਡੀਆਂ ਫਿਲਡ ਨੇ, ਬਾਕੀ ਸਾਰੀਆਂ ਪੋਸਟਾਂ ਵੇਕੈਂਟ ਹੈ। ਉਹਨਾਂ ਨੂੰ ਨਾ ਭਰਨ ਦੀ ਬਜਾਏ ਸਾਡੇ ਕਲੈਰੀਕਲ ਸਟਾਫ ਨੂੰ ਇੱਕ ਡਿਪਾਰਟਮੈਂਟ ਛੱਡ ਕੇ 3-3 ਡਿਪਾਰਟਮੈਂਟਸ ਦੇ ਚਾਰਜ ਦਿੱਤੇ ਜਾ ਰਹੇ ਆ। ਇਹ ਕਿਹੜੀ ਗੱਲੋਂ ਸਹੀ ਨੇ? ਜੇ ਤੁਹਾਨੂੰ ਇਦਾਂ ਹੀ ਲੱਗਦਾ 3-3 ਡਿਪਾਰਟਮੈਂਟਸ ਦੇ ਕੇ ਕੰਮ ਚੱਲ ਸਕਦਾ ਤਾਂ ਫਿਰ ਹੈਡਸ ਨੂੰ ਵੀ ਇਕੱਠੇ ਕਰ ਦਿੱਤਾ ਜਾਵੇ। 3 ਡਿਪਾਰਟਮੈਂਟ ਇੱਕ ਹੈਡ ਨੂੰ ਦੇ ਦਿੱਤੇ ਜਾਣ, ਸੰਭਾਲ ਲਵੇ ਫਿਰ ਉਹ ਹੈਡ। ਕਿੱਦਾਂ ਇੱਕ ਇੰਪਲੋਈ 3-3 ਹੈਡਸ ਨੂੰ ਜਵਾਬ ਦੇਗਾ? ਉਹਨੇ ਕੋਈ ਛੁੱਟੀ ਲੈਣੀ ਹੈ, ਕੋਈ ਉਹਨੂੰ ਜ਼ਰੂਰੀ ਕੰਮ ਹੈ, ਉਹ 3-3 ਹੈਡਸ ਨੂੰ ਕਿੱਦਾਂ ਜਵਾਬ ਦੇਗਾ? ਇਸ ਦਾ ਸਾਡਾ ਮੇਨ ਮੁੱਦਾ ਇਹੀ ਹੈ। ਮਾਨ ਸਰਕਾਰ ਤੋਂ ਕੀ ਉਮੀਦ ਹੈ, ਕੀ ਕਹਿਣਾ ਚਾਹੁੰਦੇ? ਮਾਨ ਸਰਕਾਰ ਬਹੁਤ ਹੀ ਵਧੀਆ ਸਰਕਾਰ ਆ, ਸਾਡੀ ਆਪਣੀ ਚੁਣੀ ਹੋਈ ਸਰਕਾਰ ਆ। ਸਾਨੂੰ ਆਪਣੀ ਮਾਨ ਸਰਕਾਰ ਤੇ ਪੂਰਾ ਭਰੋਸਾ ਹੈ। ਭਗਵੰਤ ਮਾਨ ਜੀ ਤੋਂ ਆਸ ਹੈ ਕਿ ਉਹ ਸਾਡੀ ਆਵਾਜ਼ ਨੂੰ ਸੁਣਨ, ਸਾਡੀ ਯੂਨੀਅਨ ਨੂੰ ਸੁਣਨ, ਸਾਡੀ ਮੁਲਾਜ਼ਮ ਏਕਤਾ ਨੂੰ ਦੇਖਣ ਤੇ ਸਾਡਾ 6ਵਾਂ ਪੇ ਕਮਿਸ਼ਨ ਬਣਦਾ ਛੇਤੀ ਤੋਂ ਛੇਤੀ ਸਾਨੂੰ ਬਹਾਲ ਕੀਤਾ ਜਾਵੇ। ਤੇ ਬਾਕੀ ਜਿਹੜਾ ਸਾਡਾ ਰੋਸ ਆ ਸਾਡੀ ਹਾਇਰ ਅਥਾਰਟੀਜ਼ ਨਾਲ ਆ। ਇਹ ਸਾਡੇ ਨੌਨ ਟੀਚਿੰਗ ਦੇ ਐਮਪਲਾਈਜ਼ ਹੈ, ਇਹਨਾਂ ਦੀ ਮੰਗ ਹੈਗੀ ਕਿ ਇਹਨਾਂ ਦੇ ਜਿਹੜੇ ਪੇ ਸਕੇਲ ਹੈ, 6ਵੇਂ ਪੇ ਕਮਿਸ਼ਨ ਪੰਜਾਬ ਦਾ ਜਿਹੜਾ ਹੈ ਉਹਦੇ ਰਾਹੀਂ ਜਿਹੜੇ ਬਾਕੀ ਐਮਪਲਾਈਜ਼ ਨੂੰ ਸਟੇਟ ਗਵਰਨਮੈਂਟ ਦੇ ਮਿਲ ਗਏ, ਇਹਨਾਂ ਨੂੰ ਵੀ ਮਿਲਣੇ ਚਾਹੀਦੇ ਹੈ। ਉਹ ਸਾਡੇ ਬੋਰਡ ਆਫ ਮੈਨੇਜਮੈਂਟ 'ਚ ਪਾਸ ਹੋ ਗਏ ਸੀ, ਪਰ ਬਜਟ ਹਲੇ ਤੱਕ ਉਹਦੇ ਕਿਤੇ ਦਾ ਬਜਟ ਜਿਹੜਾ ਹੈ ਉਹ ਸਟੇਟ ਗਵਰਨਮੈਂਟ ਰਾਹੀਂ ਰਿਲੀਜ਼ ਨਹੀਂ ਕੀਤਾ ਗਿਆ ਹੈ। ਤਾਂ ਉਹਦੇ ਲਈ ਇਹਨਾਂ ਦੀ ਡਿਮਾਂਡ ਹੈ ਕਿ ਉਹ ਸਾਨੂੰ ਵੀ ਸੈਲਰੀ ਅਕੋਰਡਿੰਗਲੀ ਦਿੱਤੀ ਜਾਏ। ਸਰ ਇਹਦੇ ਵਾਸਤੇ ਕੋਈ ਉਪਰਾਲਾ ਕੀਤਾ ਗਿਆ, ਕੋਈ ਗੱਲਬਾਤ ਕੀਤੀ? ਹਾਂ, ਆਪਣੇ ਮਾਨਯੋਗ ਮੰਤਰੀ ਜੀ ਹੈ ਜਿਹੜੇ ਪਸ਼ੂ ਪਾਲਣ ਵਾਲੇ, ਉਹਨਾਂ ਦੇ ਨਾਲ ਇਹ ਵੀ ਮਿਲੇ ਸੀ, ਮੈਂ ਵੀ ਮਿਲਿਆ ਸੀ, ਰਿਪਰੈਜ਼ੈਂਟੇਸ਼ਨ ਵੀ ਦਿੱਤੀ ਹੈ। ਸੈਕਟਰੀ ਸਾਹਿਬ ਨੂੰ ਵੀ ਲਿਖ ਕੇ ਭੇਜਿਆ ਹੈ ਕਿ ਜਿਹੜਾ ਫਾਈਨੈਂਸ ਡਿਪਾਰਟਮੈਂਟ ਦੇ ਰਾਹੀਂ ਇਹਨੂੰ ਟੇਕਅਪ ਕਰਕੇ ਤੇ ਉਹਨੂੰ ਕਰਵਾਇਆ ਜਾਏ ਕਿ ਉਹ ਬਜਟ ਆ ਜੂ ਤਾਂ ਕਿ ਇਹਨਾਂ ਨੂੰ ਜੋ ਪੇ ਹੈ ਨਏ ਪੇ ਸਕੇਲ ਦੀ ਮਿਲਣ ਲੱਗ ਜਾਵੇ। ਸਰ ਇੱਕ ਇੰਪਲਾਈਜ਼ ਦੀ ਕਹਿੰਦੇ ਨੇ ਵੀ ਇੰਪਲਾਈ ਜਿਹੜੇ ਨੇ ਸਿਰਫ 33% ਜਿਹੜੇ ਨੇ ਵੀ ਵੱਡੀ ਗਿਣਤੀ ਵਿੱਚ ਇੰਪਲਾਈ ਜੀ ਦੋਨੋਂ ਹੀ, ਭਾਵੇਂ ਇਹ ਟੀਚਿੰਗ ਵਾਲੇ ਹੋਣ ਭਾਵੇਂ ਨੌਨ ਟੀਚਿੰਗ ਵਾਲੇ, ਜੋ ਦਫ਼ਤਰ ਵਾਲੇ ਜਾਂ ਹੋਰ ਕਿੱਤਿਆਂ ਵਾਲੇ ਜਿਹੜੇ ਇੰਪਲਾਈਜ਼ ਹੈ ਸਾਡੇ, ਸਿਕਿਉਰਿਟੀ ਵਾਲੇ ਹੈ, ਜਿਹੜੇ ਮਾਲੀ ਬੇਲਦਾਰ ਹੈ, ਹੋਰ ਹੈ, ਲੈਬੋਰੇਟਰੀ ਵਾਲੇ ਹੈ, ਉਹਨਾਂ ਸਾਰਿਆਂ ਦੀ ਘਾਟ ਹੈ। ਲਗਭਗ 40% ਘਾਟ ਹੈਗੀ ਸਾਡੇ ਟੀਚਰਸ ਦੀ, ਤੇ ਜਿਹੜੇ ਨੌਨ ਟੀਚਿੰਗ ਵਾਲੇ ਹੈ ਇਹਨਾਂ ਦੇ ਲਗਭਗ ਆਧੇ ਹੈ ਸਾਡੇ ਕੋਲ। ਤੋ ਕੁੱਲ ਮਿਲਾ ਕੇ ਮਤਲਬ ਜਿਹੜਾ ਹੈ ਉਹ ਇਹਨਾਂ ਦੀ ਪੋਸਟ ਹੈ ਉਹ ਭਰੀ ਜਾ ਰਹੀ ਹੈ। ਪਿੱਛੇ ਵੀ ਅਸੀਂ ਕਾਫੀ ਪੋਸਟਾਂ ਐਡਵਰਟਾਈਜ਼ ਕੀਤੀ ਸੀ, ਭਰੀ ਵੀ ਨੇ, ਪਰ ਫਿਰ ਵੀ ਘਾਟ ਹੈਗੀ ਹਲੇ ਤੱਕ। ਉਹਦਾ ਵੀ ਆਪਾਂ ਅਗਲੇ ਆਉਣ ਵਾਲੇ ਟਾਈਮ ਤੱਕ ਹੋਰ ਜਿਹੜੇ ਕਰਮਚਾਰੀ ਹੈ ਉਹਨਾਂ ਦੀ ਭਰਤੀ ਕੀਤੀ ਜਾਊਗੀ। ਹਾਂਜੀ, ਉਹ ਤਾਂ ਦੇਖੋ ਜਿਹੜੇ ਛੋਟੇ ਡਿਪਾਰਟਮੈਂਟ ਹੈ ਨਾ, ਇੱਕ ਤਾਂ ਦੇਖੋ ਵੱਡਾ ਡਿਪਾਰਟਮੈਂਟ ਜਿੱਥੇ 15 ਪ੍ਰੋਫੈਸਰ ਹੈ और स्कीमा चलती है, एक छोटा डिपार्टमेंट जिथे 3 टीचर हैगे तो वो बराबर नहीं मान सकते आप। तो जो छोटे डिपार्टमेंट है वो दोनों 3 इकट्ठा करके एक उन्होंने मुलाजिम दिता है।